ਮੈਨੂੰ ਅਕਸਰ ਹੀ ਭਾਰਤ ਦਾ ਮਨੂਵਾਦੀ ਮੀਡੀਆ ਇਹ ਸਵਾਲ ਕਰਦਾ ਹੈ ਕਿ ਬਾਬੂ ਜੀ ਤੁਹਾਡਾ ਚੋਣ ਮੈਨੀਫੈਸਟੋ ਕੀ ਹੈ ਅਤੇ ਜਾਂ ਭਵਿੱਖ ਵਿੱਚ ਤੁਹਾਡਾ ਚੋਣ ਮੈਨੀਫੈਸਟੋ ਕੀ ਹੋਵੇਗਾ। ਜਦ ਕਿ ਹਰ ਪਾਰਟੀ ਦਾ ਆਪਣਾ ਇੱਕ ਚੋਣ ਮੈਨੀਫੈਸਟੋ ਹੁੰਦਾ ਹੈ ਅਤੇ ਮੈਂ ਅੱਜ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਵਿੱਖ ਵਿੱਚ ਮੇਰਾ ਚੋਣ ਮੈਨੀਫੈਸਟੋ ਜੁਗੋ ਜੁਗੋ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਪ 'ਤੇ ਆਧਾਰਿਤ ਹੋਵੇਗਾ, ਜੋ ਮਾਨਵਤਾ ਦਾ ਉਪਦੇਸ਼ ਦਿੰਦਾ ਹੈ, ਜੋ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਮੈਂ ਮਾਨਵਤਾ ਦੇ ਸੁਨੇਹੇ ਨੂੰ ਭਾਰਤ ਦੇ ਕੋਨੇ-ਕੋਨੇ ਵਿੱਚ ਲਾਗੂ ਕਰਨਾ ਚਾਹੁੰਦਾ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਮ ਸਿਰਫ DS4 ਅਤੇ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ 1988 ਨੂੰ ਲੁਧਿਆਣੇ ਦੀ ਦਾਣਾ ਮੰਡੀ ਵਿੱਚ ਸਿੱਖਾਂ ਦੇ ਹਿੱਤ ਬਸਪਾ ਨਾਲ ਸੁਰੱਖਿਅਤ ਦੇ ਬੈਨਰ ਹਿੱਟ ਕਰਵਾਏ ਗਏ ਇੱਕ ਸੰਮੇਲਨ ਵਿੱਚ ਕਹੇ ਸਨ, ਔਰ ਇਸ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੇ ਭਾਗ ਲਿਆ ਸੀ। ਇਸ ਸੰਮੇਲਨ ਵਿੱਚ ਸ਼ਹੀਦ ਬੇਅੰਤ ਸਿੰਘ ਦੀ ਵਿਧਵਾ ਬਿਮਲ ਕੌਰ ਖਾਲਸਾ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਵਿਸ਼ੇਸ਼ ਸੱਦੇ 'ਤੇ ਬੁਲਾਇਆ ਗਿਆ ਸੀ, ਔਰ ਕੁਝ ਲੋਕ ਭਰਮ ਫੈਲਾਉਂਦੇ ਹਨ ਕਿ ਬਿਮਲ ਕੌਰ ਖਾਲਸਾ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਸੀ, ਜਦ ਕਿ ਸੱਚਾਈ ਇਹ ਹੈ ਕਿ ਉਹ ਰਵਿਦਾਸੀਆ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਯਾਦ ਰਹੇ ਸ਼ਹੀਦ ਬੇਅੰਤ ਸਿੰਘ 31 ਅਕਤੂਬਰ 1984 ਨੂੰ ਜਿਨ੍ਹਾਂ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਿੱਚ ਸ਼ਮੂਲੀਅਤ ਸੀ, ਦੀ ਕੁਝ ਸਮੇਂ ਪਿੱਛੋਂ ਹੀ ITBP ਪੁਲਿਸ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਿਮਲ ਕੌਰ ਖਾਲਸਾ ਵਿਆਹ ਤੋਂ ਪਹਿਲਾਂ ਬਿਮਲਾ ਦੇਵੀ ਨਾਂ ਨਾਲ ਸੰਬੰਧਿਤ ਸੀ, ਪਰ ਜਦੋਂ ਸ਼ਹੀਦ ਬੇਅੰਤ ਸਿੰਘ ਨਾਲ ਉਹਨਾਂ ਦੀ ਲਵ ਮੈਰਿਜ ਹੋਈ, ਉਸ ਤੋਂ ਬਾਅਦ ਬੇਅੰਤ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਅੰਮ੍ਰਿਤ ਛਕਣ ਪਿੱਛੋਂ ਬਿਮਲਾ ਦੇਵੀ ਬਿਮਲ ਕੌਰ ਖਾਲਸਾ ਬਣ ਗਈ। ਔਰ ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹੀਦ ਬੇਅੰਤ ਸਿੰਘ ਅਤੇ ਬਿਮਲ ਕੌਰ ਖਾਲਸਾ ਦੋਹਾਂ ਦੀ ਹੀ ਲਵ ਮੈਰਿਜ ਸੀ, ਅਤੇ ਬਿਮਲ ਕੌਰ ਖਾਲਸਾ ਇੱਕ ਸਟਾਫ ਨਰਸ ਸੀ। 1984 ਤੋਂ ਲੈ ਕੇ 86 ਤੱਕ ਬਿਮਲ ਕੌਰ ਖਾਲਸਾ ਲਗਭਗ ਖਾਮੋਸ਼ ਹੀ ਰਹੀ, ਪਰ ਉਸ ਤੋਂ ਬਾਅਦ ਉਸ ਦਾ ਖਾੜਕੂਆਂ ਦੇ ਭੋਗਾਂ 'ਤੇ ਜਾਣਾ ਆਰੰਭ ਹੋ ਗਿਆ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ 'ਚ ਉਹਨਾਂ ਦੀ ਸ਼ਮੂਲੀਅਤ ਜ਼ਰੂਰੀ ਹੋ ਗਈ। ਉਸ ਤੋਂ ਬਾਅਦ ਅਮਰੀਕਾ ਦੇ ਦੌਰੇ 'ਤੇ ਵੀ ਗਏ। ਉੱਥੋਂ ਦੀਆਂ ਸੰਗਤਾਂ ਨੇ ਉਹਨਾਂ ਨੂੰ ਸਿਰ ਮੱਥੇ 'ਤੇ ਬਿਠਾਇਆ। 1999 ਵਿੱਚ ਬਿਮਲ ਕੌਰ ਖਾਲਸਾ ਰੋਪੜ ਤੋਂ ਮੈਂਬਰ ਪਾਰਲੀਮੈਂਟ ਬਣੀ ਅਤੇ ਉਹਨਾਂ ਦੇ ਸਹੁਰਾ ਸਾਹਿਬ ਸੁੱਚਾ ਸਿੰਘ ਮਲੌ ਬਠਿੰਡੇ ਤੋਂ MP ਬਣੇ, ਔਰ ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰੀ ਕੋਈ ਨੂੰਹ ਸਹੁਰਾ ਇੱਕੋ ਸਮੇਂ ਮੈਂਬਰ ਪਾਰਲੀਮੈਂਟ ਬਣੇ ਸਨ। ਬਿਮਲ ਕੌਰ ਖਾਲਸਾ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇੱਕ ਵਾਰੀ ਤਤਕਾਲੀ SSP ਸਮੇਤ ਸੈਣੀ ਨਾਲ ਉਹਨਾਂ ਦਾ ਤਕਰਾਰ ਵੀ ਹੋ ਗਿਆ ਸੀ ਸਮਰਾਲਾ ਵਿਖੇ, ਔਰ ਬਿਮਲ ਕੌਰ ਖਾਲਸਾ ਦੀ ਸਿਕਿਉਰਿਟੀ ਵਿੱਚ ਜੋ ਰੋਪੜ ਇਲਾਕੇ ਦਾ ਇੱਕ ਨੌਜਵਾਨ ਸੀ ਗਾਂਧੀ ਨਾਂ ਨਾਲ ਮਸ਼ਹੂਰ, ਉਸਨੇ SSP ਸਮੇਤ ਸੈਣੀ 'ਤੇ ਕਾਰਵਾਈ ਤਾਣ ਲਈ ਸੀ, ਪਰ ਉਸ ਤੋਂ ਬਾਅਦ ਉਸ ਗਾਂਧੀ ਦਾ ਕੀ ਬਣਿਆ, ਉਸ ਦੀ ਹੱਤਿਆ ਕਰ ਦਿੱਤੀ ਗਈ, ਉਹ ਕਿੱਥੇ ਰਪੋਸ਼ ਹੋ ਗਿਆ ਜਾਂ ਉਸ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਗਿਆ। ਇਸ ਸੰਬੰਧੀ ਅੱਜ ਵੀ ਕੋਈ ਪੰਜਾਬ ਦੇ ਇਤਿਹਾਸ ਵਿੱਚ ਜਾਣਕਾਰੀ
ਨਹੀਂ ਮਿਲਦੀ। ਜਦੋਂ ਸਤੰਬਰ 1991 ਨੂੰ ਸਮੇਧ ਸੈਣੀ 'ਤੇ ਹਮਲਾ ਹੋਇਆ ਤਾਂ ਉਹਦੇ ਕੁਝ ਗਨਮੈਨ ਮਾਰੇ ਗਏ। ਤਾਂ ਉਸ ਤੋਂ ਅਗਲੇ ਦਿਨ ਅਜੀਤ ਸਿੰਘ ਪੂਲੇ ਨੇ ਬਲਵਿੰਦਰ ਜਟਾਣੇ ਦੇ 4 ਪਰਿਵਾਰਕ ਮੈਂਬਰਾਂ ਨੂੰ ਜਿਉਂਦੇ ਸਾੜ ਦਿੱਤਾ। ਅਤੇ ਉਸ ਘਟਨਾ ਨੂੰ ਵੇਖਣ ਲਈ ਜਦ ਬਿਮਲ ਕੌਰ ਖਾਲਸਾ ਜਟਾਣੇ ਦੇ ਪਿੰਡ ਗਈ ਤਾਂ ਉਸ ਤੋਂ ਅਗਲੇ ਦਿਨ ਹੀ ਬਿਮਲ ਕੌਰ ਖਾਲਸਾ ਘਰ ਦੀ ਵਾਸ਼ਿੰਗ ਮਸ਼ੀਨ ਦੇ ਕਰੰਟ ਲੱਗਣ ਨਾਲ ਮ੍ਰਿਤਕ ਪਾਈ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਤਤਕਾਲੀ ਸਰਕਾਰ ਤੋਂ ਉਸ ਦਾ ਪੋਸਟਮਾਰਟਮ ਕਰਵਾਉਣ ਲਈ ਬਹੁਤ ਜ਼ੋਰ ਲਾਇਆ, ਪਰ ਸਰਕਾਰ ਦੇ ਦੁਆਰੇ ਉਸ ਕਿਸੇ ਦੀ ਵੀ ਉਹਨਾਂ ਦੀ ਨਾ ਸੁਣੀ। ਇੱਕ ਮੈਂਬਰ ਪਾਰਲੀਮੈਂਟ ਵਾਸ਼ਿੰਗ ਮਸ਼ੀਨ ਦੇ ਕਰੰਟ ਲੱਗਣ ਨਾਲ ਮ੍ਰਿਤਕ ਪਾਈ ਜਾਵੇ ਘਰ ਦੇ ਵਾਸ਼ਰੂਮ ਵਿੱਚ, ਇਹ ਗੱਲ ਕਿਸੇ ਸੀਰੀਅਸ ਬੰਦੇ ਦੇ ਗਲੇ ਨਹੀਂ ਉਤਰਦੀ। ਇੱਥੇ ਸਾਹਿਬ ਕਾਂਸ਼ੀ ਰਾਮ ਜੀ ਬਾਰੇ ਇੱਕ ਗੱਲ ਹੋਰ ਵੀ ਕਰਨੀ ਬਣਦੀ ਹੈ ਕਿ ਉਹ ਅਕਸਰ ਹੀ ਕੇਡਰਾਂ ਵਿੱਚ ਇਸ ਗੱਲ ਦਾ ਜ਼ਿਕਰ ਕਰਿਆ ਕਰਦੇ ਸਨ ਕਿ ਮੇਰੇ 'ਤੇ ਸਿੱਖੀ ਦਾ ਇਸ ਕਰਕੇ ਬਹੁਤ ਪ੍ਰਭਾਵ ਹੈ ਕਿਉਂਕਿ ਮੇਰਾ ਜਨਮ ਹੀ ਖਾਲਸੇ ਦੀ ਜਨਮ ਭੂਮੀ 'ਤੇ ਹੋਇਆ ਹੈ, ਜਾਣੀ ਕਿ ਪਿਰਥੀ ਪਰ ਬੁੰਗਾ ਸਾਹਿਬ। ਔਰ ਇਹ ਵੀ ਜ਼ਿਕਰ ਕਰਦੇ ਸਨ ਕਿ ਮੈਨੂੰ ਅੱਜ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਮੈਂ ਆਪਣੇ ਪਾਠਕਾਂ ਨੂੰ ਇੱਕ ਹੋਰ ਕਿੱਸਾ ਸੁਣਾਉਣ ਵਿੱਚ ਮਾਣ ਮਹਿਸੂਸ ਕਰਦਾ ਹਾਂ। ਉਹ ਕਿੱਸਾ 1991 ਦਾ ਹੈ, ਜਦ ਬੋਟ ਕਲੱਬ 'ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਰਹਿਨੁਮਾਈ ਹੇਠ ਕੇਂਦਰ ਵਿੱਚ ਚੱਲ ਰਹੀ ਬੀਪੀ ਸਿੰਘ ਸਰਕਾਰ ਦੇ ਵਿਰੁੱਧ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰੋ, ਵਰਨਾ ਕੁਰਸੀ ਖਾਲੀ ਕਰੋ 45 ਦਿਨਾਂ ਧਰਨਾ ਬੋਟ ਕਲੱਬ 'ਤੇ ਚਲਾਇਆ ਜਾ ਰਿਹਾ ਸੀ। ਤਾਂ ਇੱਕ ਦਿਨ ਸਤਨਾਮ ਸਿੰਘ ਕੈਂਥ, ਜੋ ਪੰਜਾਬ ਵਿਰੋਧੀ ਧਿਰ ਦਾ ਨੇਤਾ ਰਿਹਾ ਹੈ, ਜਦ ਭਾਸ਼ਣ ਦੇ ਕੇ ਹਟਿਆ ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਮੈਨੂੰ ਅੱਜ ਪਤਾ ਲੱਗਾ ਕਿ 1999 ਵਿੱਚ ਹੁਸ਼ਿਆਰਪੁਰ ਤੋਂ ਸਤਨਾਮ ਕੈਂਥ ਕਿਉਂ ਹਾਰਿਆ ਅਤੇ ਫਲੌਰ ਤੋਂ ਹਰਭਜਨ ਲੱਖਾ ਕਿਉਂ ਜਿੱਤਿਆ। ਉਹਨਾਂ ਇਸ ਗੱਲ ਦਾ ਖੁਲਾਸਾ ਕੀਤਾ ਕਿ 1999 ਦੀ ਚੋਣਾਂ ਵਿੱਚ ਕੈਂਥ ਹੁਸ਼ਿਆਰਪੁਰ ਦੇ ਲੋਕਾਂ ਵਿੱਚ ਜਾ ਕੇ ਜਾਪਾਨ ਦੀਆਂ ਉਦਾਹਰਨਾਂ ਦਿੰਦਾ ਰਿਹਾ ਅਤੇ ਜਦ ਕਿ ਫਲੌਰ ਦੇ ਲੋਕਾਂ ਵਿੱਚ ਲੱਖਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਉਦਾਹਰਨਾਂ ਦਿੰਦਾ ਰਿਹਾ, ਜਿਸ ਦੇ ਸਿੱਟੇ ਵਜੋਂ ਸਿੱਖ ਵੋਟਰ ਅਤੇ ਜੱਟ ਵੋਟਰ ਉਹਨੂੰ ਵੋਟਾਂ ਪਾ ਗਏ ਅਤੇ ਇਸ ਕਰਕੇ ਉਹ ਜਿੱਤ ਗਿਆ। ਅਤੇ ਇੱਥੇ ਇਹ ਵੀ ਜਦ ਦੱਸ ਦਈਏ ਕਿ ਹਰਭਜਨ ਲੱਖਾ ਨੇ ਆਪਣੀ ਮੌਤ ਤੋਂ ਇੱਕ ਹਫ਼ਤਾ ਪਹਿਲਾਂ ਸਿੱਖ ਧਰਮ ਵੀ ਗ੍ਰਹਿਣ ਕਰ ਲਿਆ ਸੀ। ਅਤੇ ਇੱਕ ਕਿੱਸਾ ਮੈਂ ਤੁਹਾਨੂੰ 1997 ਦਾ ਦੱਸਣ ਵਿੱਚ ਮਾਣ ਮਹਿਸੂਸ ਕਰਦਾ ਹਾਂ। ਇਹ ਕਿੱਸਾ 1997 ਦੀ ਕਿਲ੍ਹਾ ਰਾਏਪੁਰ ਵਿੱਚ ਹੋਈ ਉਪ ਚੋਣ ਦਾ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦ 2 ਹਲਕਿਆਂ ਵਿੱਚੋਂ ਚੋਣ ਜਿੱਤ ਗਿਆ ਤਾਂ ਉਸਨੇ ਕਿਲ੍ਹਾ ਰਾਏਪੁਰ ਦੀ ਸੀਟ ਖਾਲੀ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉੱਥੋਂ ਉਪ ਚੋਣ ਹੋਈ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਉਸ ਉਪ ਚੋਣ ਵਿੱਚ ਜਦ ਇਲੈਕਸ਼ਨ ਕੰਪੇਨ ਲਿਆਏ ਤਾਂ ਉਹਨੇ ਕਿਲ੍ਹਾ ਰਾਏਪੁਰ ਦੇ ਸਿਆੜਾ ਪਿੰਡ ਵਿੱਚ 2 ਸ਼ਰਾਬ ਦੀਆਂ ਬੋਤਲਾਂ ਮੰਚ 'ਤੇ ਮੰਗਵਾ ਕੇ ਸ਼ਰੇਆਮ ਤੋੜਦਿਆਂ ਕਿਹਾ ਕਿ ਅੰਮ੍ਰਿਤ ਛਕਾਉਣ ਵਾਲਿਓ, ਸ਼ਰਾਬਾਂ ਛਕਾਉਣੀਆਂ ਬੰਦ ਕਰੋ। 25 ਮਈ 1997 ਨੂੰ ਪੰਜਾਬੀ ਟ੍ਰਿਬਿਊਨ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਉਸ ਵਿੱਚ ਇੱਕ 8ਵਾਂ ਕਾਲਮ ਲਿਖਿਆ, ਜਿਸ ਵਿੱਚ ਉਹਨਾਂ ਨੇ ਲਿਖਿਆ
ਕਿ ਇਸ ਰੱਬ ਦੇ ਬੰਦੇ ਦੇ ਕੀ ਕਹਿਣੇ, ਇਸ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਪੈਰੋਕਾਰ ਦੇ ਕੀ ਕਹਿਣੇ, ਜਿਸ ਨੇ ਉੱਚੀਆਂ ਜਾਤੀਆਂ ਵਾਲਿਆਂ ਨੂੰ ਬਖਤ ਪਾਇਆ ਹੋਇਆ ਹੈ, ਜਿਸ ਨੇ ਉੱਚੀਆਂ ਜਾਤੀਆਂ ਵਾਲਿਆਂ ਦਾ ਪੂਰੀ ਤਰ੍ਹਾਂ ਮੱਕੂ ਠੱਪਿਆ ਹੋਇਆ ਹੈ। ਇਸ ਰੱਬ ਦੇ ਬੰਦੇ ਦੇ ਬਾਰੇ ਵਿੱਚ ਹੋਰ ਕੀ ਕਹੀਏ, ਜਿਸ ਨੇ ਉੱਚੀਆਂ ਜਾਤਾਂ ਵਾਲਿਆਂ ਦੀਆਂ ਪੂਰੀਆਂ ਡੰਡ ਬੈਠਾਂ ਕਢਵਾਈਆਂ ਹੋਈਆਂ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਦੀਆਂ ਤੋਂ ਉੱਚੀਆਂ ਧੌਣਾਂ ਚੁੱਕ ਕੇ ਚੱਲਣ ਵਾਲੇ ਹੰਕਾਰੀ ਲੋਕ ਇਸ ਰੱਬ ਦੇ ਬੰਦੇ ਦੇ ਅੱਗੇ ਘੰਟੇ ਬੱਧੀ ਧੌਣਾਂ ਚੁਕਾ ਕੇ ਬੈਠੇ ਰਹਿੰਦੇ ਹਨ। ਉਹ ਵੀ ਉਹਨਾਂ ਦੇ ਦਰਸ਼ਨਾਂ ਲਈ, ਉਸ ਨੂੰ ਮਿਲਣ ਲਈ, ਉਸ ਨਾਲ ਸਮਝੌਤਾ ਕਰਨ ਲਈ। ਪੰਜਾਬੀ ਟ੍ਰਿਬਿਊਨ ਦਾ 8ਵਾਂ ਕਾਲਮ ਇਹ ਵੀ ਲਿਖਦਾ ਹੈ ਕਿ ਕਾਂਸ਼ੀ ਰਾਮ ਕਹਿੰਦਾ ਹੈ ਕਿ ਮੈਂ ਉੱਚੀ ਜਾਤੀ ਵਾਲਿਆਂ ਨੂੰ ਨੱਕ ਰਾਹੀਂ ਚਣੇ ਚਬਾਉਣੇ ਹਨ, ਅਤੇ ਉਹ ਚਬਾਉਂਦਾ ਵੀ ਹੈ, ਅਤੇ ਇਹ 100% ਸੱਚ ਵੀ ਹੈ। ਜਦ ਭਾਰਤ ਦੀਆਂ ਸਾਰੀ ਸਿਆਸੀ ਪਾਰਟੀਆਂ ਸਭ ਨੂੰ ਮੌਕਾ ਪ੍ਰਸਤ ਗਰਦਾਨਦੀਆਂ ਹਨ ਤਾਂ ਸਾਹਿਬ ਕਾਂਸ਼ੀ ਰਾਮ ਬੜੇ ਮਾਣ ਨਾਲ ਅੱਗੋਂ ਕਹਿੰਦਾ ਹੈ, ਬੜੇ ਮਾਣ ਨਾਲ ਅੱਗੋਂ ਲਲਕਾਰਦਾ ਹੈ ਕਿ ਹਾਂ, ਮੈਂ ਮੌਕਾ ਪ੍ਰਸਤ ਹਾਂ, ਮੈਨੂੰ ਮੌਕਾ ਪ੍ਰਸਤ ਰਹਿਣ ਦਿਓ। ਮੈਂ ਹਰ ਮੌਕੇ ਨੂੰ ਆਪਣੇ ਸਮਾਜ ਦੇ ਹਿੱਤ ਵਿੱਚ ਯੂਜ਼ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਭਲੇ ਲਈ ਯੂਜ਼ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਹੱਕ ਲਈ ਵਰਤਣਾ ਚਾਹੁੰਦਾ ਹਾਂ। ਮੈਂ ਬਹੁਜਨ ਸਮਾਜ ਲਈ ਹਰ ਖੇਡ ਖੇਡਣ ਨੂੰ ਤਿਆਰ ਹਾਂ, ਅਤੇ ਤੁਸੀਂ ਭਲੇ ਮਾਨਸੋ ਆਪਣੀ ਚਤਰਾਈ ਆਪਣੇ ਕੋਲ ਰੱਖੋ। ਬਹੁਤੇ ਸਿਆਣਿਓ ਆਪਣੀ ਅਸੂਲ ਪ੍ਰਸਤੀ ਆਪਣੇ ਕੋਲ ਹੀ ਰੱਖੋ। ਮੈਂ ਤੁਹਾਨੂੰ ਰਗ ਰਗ ਤੋਂ ਜਾਣਦਾ ਹਾਂ। ਕਾਂਸ਼ੀ ਰਾਮ ਦੀ ਕਹੀ ਹੋਈ ਗੱਲ ਕਿਸੇ ਦੇ ਗਿੱਟੇ ਲੱਗੇ, ਕਿਸੇ ਦੇ ਗੋਡੇ ਲੱਗੇ, ਪਰ ਕਾਂਸ਼ੀ ਰਾਮ ਨੂੰ ਕੋਈ ਫਰਕ ਨਹੀਂ ਪੈਂਦਾ। ਕਾਂਸ਼ੀ ਰਾਮ ਬੜਾ ਹੀ ਹਿੱਕ ਠੋਕ ਕੇ ਆਖਦਾ ਹੈ ਕਿ ਜੇ ਅਕਾਲੀ ਸਰਬੱਤ ਦਾ ਭਲਾ ਚਾਹੁੰਦੇ ਹਨ ਅਤੇ ਫਿਰ ਦਲਿਤਾਂ ਦੇ, ਰਵਿਦਾਸੀਆਂ ਦੇ ਹਰ ਪਿੰਡ ਵਿੱਚ ਗੁਰੂ ਘਰ ਵੱਖਰੇ ਕਿਉਂ ਹਨ। ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਦਾਨੇ ਪਿੰਡ ਦਾ ਬੱਕਰੀਆਂ ਚਰਨ ਵਾਲਾ ਘੀਸੂ ਵੀ ਉਹਦੀ ਵਿਚਾਰਧਾਰਾ ਨੂੰ ਸਮਝਦਾ ਹੈ, ਅਤੇ ਗੋਹਾ ਕੂੜਾ ਕਰਨ ਵਾਲੀ ਜੱਟਾਂ ਦੇ ਘਰਾਂ 'ਚ ਸਿਮਰੋ ਵੀ। ਉਹ ਗੁਰੂ ਨਾਨਕ ਦੇ ਘਰ ਦਾ ਸ਼ਰਧਾਲੂ ਹੈ ਅਤੇ ਦਸਵੇਂ ਪਿਤਾ ਦਾ ਰਜਮਾ ਪੈਰੋਕਾਰ ਵੀ। ਮਈ 1985 ਨੂੰ ਪਿੰਡ ਖਟਕੜ ਕਲਾਂ ਵਿੱਚ ਬੋਲਦਿਆਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਜਿੰਨਾ ਤਸ਼ੱਦਦ ਪਿਛਲੇ ਕੁਝ ਅਰਸੇ ਦੇ ਵਿੱਚ ਹੀ ਸਿੱਖਾਂ 'ਤੇ ਹੋਇਆ, ਸਿੱਖੀ 'ਤੇ ਹੋਇਆ, ਸਿੱਖੀ ਨਾਲ ਸੰਬੰਧਿਤ ਗੁਰੂ ਘਰਾਂ 'ਤੇ ਹਮਲੇ ਹੋਏ, ਇੰਨਾ ਤਸ਼ੱਦਦ ਹਜ਼ਾਰਾਂ ਸਾਲਾਂ ਤੋਂ ਵੀ ਕਿਸੇ ਕੌਮ 'ਤੇ ਨਹੀਂ ਹੋਇਆ, ਉਹਨਾਂ ਤਸ਼ੱਦਦ ਮੁਸਲਮਾਨਾਂ 'ਤੇ ਵੀ ਨਹੀਂ ਹੋਇਆ। 1979 ਨੂੰ ਬਠਿੰਡਾ ਵਿਖੇ ਅਜੀਤ ਰੋਡ 'ਤੇ ਇੱਕ ਮਿਲਟਰੀ ਦੇ ਅਫਸਰ ਜਿਸ ਦਾ ਨਾਂ ਦਰਸ਼ਨ ਲਾਲ ਸੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਬਿਰਾਜਮਾਨ ਸਨ। ਤਾਂ ਇਸ ਮੁਲਾਕਾਤ ਵਿੱਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਿਹਾ ਕਿ ਜਿਸ ਬ੍ਰਾਹਮਣਵਾਦ ਦੀ ਖਾਤਰ ਸਿੱਖ ਗੁਰੂਆਂ ਨੇ ਆਪਣੇ ਸੀਸ ਕਟਵਾਏ, ਉਸੇ ਬ੍ਰਾਹਮਣਵਾਦ ਨੇ ਖਾਲਿਸਤਾਨ ਦੇ ਨਾਂ 'ਤੇ ਹਜ਼ਾਰਾਂ ਸਿੱਖ ਨੌਜਵਾਨ ਮਰਵਾ ਕੇ ਰੱਖ ਦਿੱਤੇ। 1995 ਨੂੰ ਜਦ ਗਿੱਦੜਬਾਹਾ ਦੀ ਉਪ ਚੋਣ ਹੋਈ, ਉਪ ਚੋਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਟੌਹੜਾ ਦਿੱਲੀ ਵਿਖੇ ਮਿਲ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਕਹਿਣ ਲੱਗੇ
ਕਿ ਬੇਅੰਤ ਸਿੰਘ ਸਰਕਾਰ ਨੇ ਸਾਡਾ ਜੀਣਾ ਦੁੱਭਰ ਕੀਤਾ ਹੋਇਆ ਹੈ। ਮੇਰੇ ਵਰਕਰ ਅਤੇ ਨੇਤਾ ਘਰਾਂ 'ਚ ਸੌਂ ਨਹੀਂ ਸਕਦੇ। ਉਹ ਜਾਂ ਤਾਂ ਕਮਾਦੀਆਂ ਵਿੱਚ ਸੌਂਦੇ ਹਨ ਅਤੇ ਜਾਂ ਫਿਰ ਮੋਟਰਾਂ 'ਤੇ। ਜੇ ਅਸੀਂ ਕੋਈ ਰੈਲੀ ਕਰਨੀ ਹੁੰਦੀ ਆ ਤਾਂ ਸਾਡੀ ਰੈਲੀ ਦਾ ਟੈਂਟ ਰਾਤ ਨੂੰ ਉਖਾੜ ਕੇ ਦੁਰਾਹੇ ਦੀ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅਸੀਂ ਜਲੰਧਰ ਲਾਇਰਪੁਰ ਖਾਲਸਾ ਕਾਲਜ ਵਿੱਚ ਰੈਲੀ ਕਰਨ ਦੀ ਇਜਾਜ਼ਤ ਮੰਗੀ ਤਾਂ ਨਾ ਸਾਨੂੰ ਪ੍ਰਸ਼ਾਸਨ ਨੇ ਰੈਲੀ ਕਰਨ ਦਿੱਤੀ ਅਤੇ ਸਗੋਂ ਉਲਟਾ ਮੇਰੀ ਪਗੜੀ ਵੀ ਉਤਾਰ ਦਿੱਤੀ ਗਈ ਅਤੇ ਸਰਕਾਰ ਦੇ ਇਸ਼ਾਰੇ 'ਤੇ ਪ੍ਰਸ਼ਾਸਨ ਨੇ ਮੇਰੇ ਕੇਸ ਵੀ ਪੁੱਟ ਦਿੱਤੇ। ਸੋ ਇਸ ਕਰਕੇ ਗਿੱਦੜਬਾਹਾ ਦੀ ਉਪ ਚੋਣ ਵਿੱਚ ਸਾਡਾ ਸਹਿਯੋਗ ਕਰੋ। ਗਿੱਦੜਬਾਹਾ ਦੀ ਸੀਟ ਸਾਡੀ ਵਿਰਾਸਤੀ ਸੀਟ ਹੈ, ਸਾਡੀ ਖਾਨਦਾਨੀ ਸੀਟ ਹੈ। ਜੇ ਅਸੀਂ ਉਹ ਵੀ ਹਾਰ ਗਏ ਤਾਂ ਸਾਡਾ ਜੀਣਾ ਹੋਰ ਵੀ ਮੁਹਾਲ ਹੋ ਜਾਵੇਗਾ। ਤਾਂ ਸਾਹਿਬ ਕਾਂਸ਼ੀ ਰਾਮ ਜੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਸੁਣ ਕੇ ਕਹਿਣ ਲੱਗੇ ਕਿ ਪ੍ਰਕਾਸ਼ ਸਿਆਂ ਹੁਣ ਤੇਰਾ ਕਾਂਸ਼ੀ ਰਾਮ ਨਾਲ ਸਮਝੌਤਾ ਹੈ। ਮੈਂ ਵੇਖਦਾ ਕਿ ਬੇਅੰਤ ਸਰਕਾਰ ਤੇਰੇ ਕੇਸਾਂ ਦੀ ਬੇਅਦਬੀ ਕਿਵੇਂ ਕਰਦੀ ਹੈ ਅਤੇ ਜਾਂ ਤੇਰੀ ਪਗੜੀ ਦੀ ਬੇਅਦਬੀ ਕਿਵੇਂ ਕਰਦੀ ਹੈ ਅਤੇ ਜਾਂ ਤੇਰੀ ਪੱਗ ਨੂੰ ਹੱਥ ਕਿਵੇਂ ਪਾਉਂਦੀ ਹੈ। ਜਦ ਪੰਜਾਬ ਵਿੱਚ ਝੂਠੇ ਮੁਕਾਬਲਿਆਂ ਦਾ ਦੌਰ ਚੱਲ ਰਿਹਾ ਸੀ, ਇਸੇ ਦੌਰਾਨ ਕੁਝ ਗਰਮ ਖਿਆਲੀ ਨੌਜਵਾਨ ਵੀ ਸਾਹਿਬ ਨੂੰ ਸਮੇਂ-ਸਮੇਂ 'ਤੇ ਮਿਲਦੇ ਰਹਿੰਦੇ ਸਨ, ਪਰ ਉਹਨਾਂ ਨਾਲ ਜਦ ਵੀ ਕਿਸੇ ਨੇ ਖਾਲਿਸਤਾਨ ਬਾਰੇ ਜ਼ਿਕਰ ਕੀਤਾ ਤਾਂ ਉਹਨਾਂ ਦਾ ਇਹੀ ਜਵਾਬ ਸੀ ਕਿ ਖਾਲਿਸਤਾਨ ਚਾਹੀਦਾ ਹੈ ਤਾਂ ਸਾਡੇ ਨਾਲ ਹੱਥ ਮਿਲਾਓ। ਖਾਲਿਸਤਾਨ ਬਣਾਉਣ ਲਈ ਭਲਾ ਖੂਨ ਵਹਾਉਣ ਦੀ ਲੋੜ ਥੋੜ੍ਹਾ। ਖਾਲਿਸਤਾਨ ਤਾਂ ਆਪਾਂ ਵੋਟ ਦੀ ਸਹੀ ਵਰਤੋਂ ਕਰਕੇ ਵੀ ਬਣਾ ਸਕਦੇ ਹਾਂ ਅਤੇ ਪਹਿਲਾਂ ਸਰਕਾਰ ਬਣਾ ਲਓ ਅਤੇ ਫਿਰ ਬੇਸ਼ੱਕ ਉਸ ਸਰਕਾਰ ਦਾ ਨਾਂ ਤੁਸੀਂ ਖਾਲਿਸਤਾਨ ਰੱਖ ਦਿਓ। 29 ਦਸੰਬਰ 1996 ਨੂੰ ਜਦ ਜਲੰਧਰੋਂ ਨਿਕਲਦੇ ਅਖਬਾਰ ਅੱਜ ਦੀ ਆਵਾਜ਼ ਨੇ ਇੱਕ ਲੰਬੀ ਚੌੜੀ ਇੰਟਰਵਿਊ ਵਿੱਚ ਸਾਹਿਬ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਸਿੱਖਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਦੇ? ਕੀ ਤੁਸੀਂ ਪੰਜਾਬ ਵਿੱਚ ਜਾਤੀ ਸੰਮੇਲਨ ਕਰਕੇ ਹੋਰ ਪਾੜਾ ਤਾਂ ਨਹੀਂ ਪਾ ਰਹੇ? ਕੁਝ ਸਿੱਖ ਵਿਦਵਾਨਾਂ ਨੂੰ ਇਹ ਸ਼ਿਕਵਾ ਹੈ ਕਿ ਜਿਵੇਂ ਕਾਂਗਰਸ ਨਿਰੰਕਾਰੀਆਂ ਨੂੰ ਅਤੇ ਰਾਧਾ ਸਵਾਮੀਆਂ ਨੂੰ ਆਪਸ ਵਿੱਚ ਵੰਡ ਰਹੀ ਹੈ, ਕੀ ਤੁਸੀਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਆਪਸ ਵਿੱਚ ਤਾਂ ਨਹੀਂ ਵੰਡ ਰਹੇ? ਤਾਂ ਸਾਹਿਬ ਦਾ ਜਵਾਬ ਸੀ ਕਿ ਤੁਹਾਡਾ ਇਹ ਇਲਜ਼ਾਮ ਦਰੁਸਤ ਨਹੀਂ ਹੈ। ਮੈਂ ਸਿੱਖਾਂ ਨੂੰ ਮੰਨਣ ਵਾਲੇ ਅਤੇ ਸਿੱਖੀ ਨੂੰ ਮੰਨਣ ਵਾਲੇ, ਭੇਖ ਕਰਨ ਵਾਲੇ ਲੋਕਾਂ ਨੂੰ ਪਾਲ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਸਿੱਖੀ ਨੂੰ ਮੰਨਣ ਵਾਲੇ ਅਤੇ ਜਾਂ ਸਿੱਖੀ 'ਤੇ ਅਮਲ ਕਰਨ ਵਾਲੇ ਇੱਕ ਪਾਸੇ ਖੜ੍ਹੇ ਹੋਣ ਅਤੇ ਸਿੱਖੀ ਨੂੰ ਮੰਨਣ ਦਾ ਨਾਟਕ ਕਰਨ ਵਾਲੇ ਇੱਕ ਪਾਸੇ ਖੜ੍ਹੇ ਹੋਣ। ਨਹੀਂ ਤਾਂ ਇਹ ਨਾਟਕ ਹਮੇਸ਼ਾ ਹੀ ਚੱਲਦਾ ਰਹੇਗਾ। ਮੈਂ ਤਾਂ ਮਨੂਵਾਦੀ ਸਿਸਟਮ ਦੇ ਸ਼ਿਕਾਰ ਲੋਕਾਂ ਨੂੰ ਇਕੱਠੇ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਤਾਂ ਸਿੱਖਾਂ ਨੂੰ, ਪੰਥਕ ਵਿਚਾਰਧਾਰਾ ਨੂੰ ਮੰਨਣ ਦਾ ਨਾਟਕ ਕਰਨ ਵਾਲੇ ਲੋਕਾਂ ਨਾਲੋਂ ਤੋੜ ਰਿਹਾ ਹਾਂ। ਅਖੀਰ ਵਿੱਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਕਿਹਾ ਕਿ ਜੁਗੋ ਜੁਗੋ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੇ ਬਹੁਜਨ ਦੇ ਹਿੱਤ ਵਿੱਚ ਹੈ। ਮੈਂ ਜਾਤ ਤੋੜੋ
ਤੇ ਸਮਾਜ ਜੋੜ ਦੀ ਜਿਹੜੀ ਲਹਿਰ ਚਲਾ ਰਿਹਾ ਹਾਂ ਉਹ ਇਸੇ ਸੰਦਰਭ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਮਹਾਂਪੁਰਸ਼ਾਂ ਦੀ ਬਾਣੀ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਇਕੱਠੇ ਕਰਨ ਨਾਲ ਹੀ ਬਹੁਜਨ ਸਮਾਜ ਬਣਦਾ ਹੈ। ਸਗੋਂ ਮੈਂ ਤਾਂ ਇਹ ਸੋਚਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਚਿਆਂ 3 ਸਾਲ ਤੋਂ ਵਧੇਰਾ ਸਮਾਂ ਹੋ ਗਿਆ ਹੈ। ਜੇ ਹੁਣ ਤੱਕ ਸਾਰੇ ਦੇਸ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਤਾਂ ਸਾਰੇ ਦੇਸ਼ ਦਾ ਭਲਾ ਹੋ ਗਿਆ ਹੁੰਦਾ। ਬਹੁਜਨ ਸਮਾਜ ਦੀ ਵਿਚਾਰਧਾਰਾ ਭਾਰਤ ਦੇ ਕੋਨੇ-ਕੋਨੇ ਵਿੱਚ ਫੈਲੀ ਹੋਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੱਚਾਈ ਨੂੰ ਸਾਰਾ ਦੇਸ਼ ਭਲੀ ਭਾਂਤ ਜਾਣਦਾ ਹੈ।